हम ऐसे तू ऐसा माधो, हम ऐसे तू ऐसा, हम ऐसे तू ऐसा माधो, हम ऐसे तू ऐसा, हम ऐसे तू ऐसा, हम ऐसे तू ऐसा माधो, हम ऐसे तू ऐसा, हम ऐसे तू ऐसा, हम ऐसे तू ऐसा माधो, हम ऐसे तू ऐसा, हम ऐसे तू ऐसा, हम ऐसे तू ऐसा माधो, हम ऐसे तू ऐसा, हम ऐसे तू ऐसा, हम ऐसे तू ऐसा, ओ हम ऐसे तू ऐसा, 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 हम ऐसे तू ऐसा माधो, हम ऐसे तू ऐसा, हम ऐसे तू ऐसा माधो, हम ऐसे, 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 तू ऐसा माधो, हम ऐसे, हम ऐसे तू ऐसा माधो, हम ऐसे, हम ले तुम्हें उज्जवल करते, हम निर्गुण तू दाता, मूर्ख तुम चतुर से आए, जो सर्वकल का ज्ञाता, माधो हम ऐसे तुम ऐसा, हम पापी तुम पाप खंडन, नीको ठाकुर देसा, सत्कार जो गुरु रूप गुरु खालसा साध संगत जी। ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦੇ ਹਾਂ ਨੇਤਾ ਪ੍ਰਤੀ ਗੁਰੂ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਕਮਲਾਂ ਅੰਦਰ ਹਾਜ਼ਰੀਆਂ ਭਰਨ ਵਾਸਤੇ ਆਪ ਆਪਣੇ ਦੁਨਿਆਵੀ ਘਰਾਂ ਨੂੰ ਕੁਝ ਸਮੇਂ ਵਾਸਤੇ ਛੱਡ ਕੇ ਜੋ ਘਰ ਛੱਡਿਓ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਇਸ ਕਰਕੇ ਉੱਥੇ ਇਹ ਜਿਹੜੇ ਇਤਿਹਾਸਕ ਦਿਨ ਦੁਸਹਿਰੇ ਦੇ ਚੱਲ ਰਹੇ ਹਨ, ਆਓ ਧੰਨ ਬਾਬਾ ਨਾਨਕ ਸਿਆਲਕੋਟ ਦੀ ਧਰਤੀ ਵਿੱਚ ਮੁਬਾਰਕ ਚਰਨ ਪਾਏ, ਮੂਲੇ ਖੱਤਰੀ ਨਾਲ ਵਿਚਾਰ ਹੋਈ। ਮਹਾਰਾਜ ਕਹਿਣ ਲੱਗੇ, ਜੇ ਤੈਨੂੰ ਪਤਾ ਵੀ ਮਰਨਾ ਸੱਚ ਹੈ, ਫਿਰ ਤੂੰ ਦੋ ਟਕੇ ਲੈ ਕੇ ਮੋਹ ਮਮਤਾ ਵਿੱਚ ਫਸਿਆ ਹੋਇਆ ਉਹ ਸੰਦੂਕੜੀ ਵਿੱਚ ਪਾ ਲੇ ਤੇ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ, ਮਰਨਾ ਸੱਚ ਜਿਉਣਾ ਝੂਠ, ਪਰ ਟਕੇ ਦੋ ਰੱਖ ਲੈ, ਅਜੇ ਭੇਦ ਹੈ। ਵਾ ਫਿਰ ਮੂਲੇ ਖੱਤਰੀ ਦੇ ਜਦੋਂ ਉਸ ਦੀਵੇ ਦੇ ਨਾਲ ਲੱਗ ਕੇ ਦੀਵੇ ਦਾ ਪ੍ਰਕਾਸ਼ ਹੋ ਗਿਆ, ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਜਿਹੜਾ ਨਾਸ਼ ਹੋ ਗਿਆ, ਸੱਚ ਦਾ ਪ੍ਰਕਾਸ਼ ਹੋ ਗਿਆ ਮੂਲੇ ਖੱਤਰੀ ਦੇ ਅੰਦਰ। ਹੁਣ ਕਹਿਣ ਲੱਗਿਆ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰ ਦਿਓ, ਹੁਣ ਮੈਂ ਤੁਹਾਡੇ ਨਾਲ ਹੀ ਜਾਣਾ ਹੈ, ਹੁਣ ਮੈਂ ਘਰ ਨਹੀਂ ਰਹਿਣਾ ਹੈ। ਮੱਝ ਕਹਿਣ ਲੱਗੇ, ਮੋੜਿਆ ਇੱਕ ਤਾਂ ਪਤਾ ਲੱਗਿਆ ਵੀ ਤੂੰ ਇਕੱਲਾ ਹੀ ਪੁੱਤਰ ਹੈ ਘਰੇ, ਹੋਰ ਨਾ ਤਾਂ ਕੋਈ ਤੇਰਾ ਭਰਾ ਹੈ ਤੇ ਨਾ ਤੇਰੀ ਭੈਣ ਹੈ। ਘਰ ਦੇ ਵਿੱਚ ਮਾਤਾ ਪਿਤਾ ਹੈ, ਬੁਢਾਪੇ ਦੀ ਡੰਗੋਰੀ ਹੈ, ਉਹ ਤੈਨੂੰ ਡੀਕਦੇ ਨੇ ਮੁੜਿਆ।
ਫਕਰ ਫਕੀਰਾਂ ਦਾ ਕੋਈ ਘਰ ਨਹੀਂ ਹੁੰਦਾ। ਇਹ ਪਤਾ ਨਹੀਂ ਕਿੱਥੇ ਜਾ ਕੇ ਟਿਕਣਗੇ। ਤੂੰ ਆਪਣੇ ਘਰ ਹੀ ਰਹਿ ਨਹੀਂ ਸੱਚੇ ਪਾਤਸ਼ਾਹ, ਮੈਂ ਆਪਣੇ ਘਰ ਨਹੀਂ ਰਹਿੰਦਾ। ਹੁਣ ਕਿਰਪਾ ਕਰ ਦਿਓ, ਮੈਨੂੰ ਵੀ ਆਪਣੇ ਨਾਲ ਲੈ ਚਲੋ। ਫਿਰ ਮੂਲਾ ਖੱਤਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਿਹਾ, ਬੜਾ ਸਮਾਂ ਸੰਗਤ ਕੀਤੀ। ਰੋਜ਼ ਅੰਮ੍ਰਿਤਮਈ ਬਚਨ ਸੁਣਦਾ, ਰੋਜ਼ ਦੇਖਦਾ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਜਾ ਕੇ ਤਾਰਦੇ ਨੇ। ਹੁਣ ਮੂਲੇ ਖੱਤਰੀ ਨੇ ਜਿਸ ਵਕਤ ਗੁਰੂ ਦੀ ਚਰਨ ਦੇ ਵਿੱਚ ਰਹਿ ਕੇ ਆਨੰਦ ਮਾਣਿਆ, ਬਾਣੀ ਪੜ੍ਹੀ, ਕੌਡੇ ਰਕਸ਼ ਵਰਗਿਆਂ ਦਾ, ਬਲੀ ਕੰਧਾਰੀ ਵਰਗਿਆਂ ਦਾ ਮਾਣ ਤੋੜਿਆ, ਸਭ ਕੁਝ ਮੂਲਾ ਦੇਖਦਾ ਹੈ। ਤੇ ਇੱਧਰ ਮਾਤਾ ਪਿਤਾ ਘਰ ਵਿੱਚ ਯਾਦ ਕਰਦੇ ਨੇ ਮੂਲੇ ਨੂੰ, ਮੂਲਾ ਆਵੇ, ਅਸੀਂ ਉਹਦਾ ਵਿਆਹ ਮੰਗਣੀ ਕਰ ਦਈਏ, ਫਿਰ ਸਾਡਾ ਘਰ ਜਿਹੜਾ ਉਹ ਵਸਣ ਲੱਗ ਜਾਵੇ। ਉਹਨਾਂ ਦੀ ਸੋਚ ਹੋਰ ਹੈ ਕੁਝ, ਮੂਲੇ ਖੱਤਰੀ ਦੀ ਕੁਝ ਸੋਚ ਹੋਰ ਹੈ। ਪਰ ਮਾਂ ਨੇ ਯਾਦ ਕੀਤਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮੂਲਿਆ ਘਰੇ ਜਾਣਾ ਹੈ, ਤੇਰੀ ਮਾਂ ਯਾਦ ਕਰਦੀ ਹੈ। ਹਾਂ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ, ਮੂਲਿਆ ਤੇਰਾ ਵਿਆਹ ਵੀ ਰੱਖਿਆ ਹੋਇਆ ਸੀ? ਹਾਂ ਸੱਚੇ ਪਾਤਸ਼ਾਹ। ਚੰਗਾ ਵੀ ਤੇਰੀ ਮਾਂ ਯਾਦ ਕਰਦੀ ਹੈ, ਚੱਲ ਫਿਰ ਤੂੰ ਘਰੇ ਚੱਲ। ਮੂਲੇ ਖੱਤਰੀ ਨੇ ਉਸ ਵਕਤ ਤਿਆਰੀ ਕੀਤੀ, ਮਹਾਰਾਜ ਮੇਰੇ ਕੋਲ ਤਾਂ ਕੋਈ ਦਾਮ ਵੀ ਹੈ ਨਹੀਂ, ਕੋਈ ਪੈਸਾ ਵੀ ਹੈ ਨਹੀਂ, ਧੇਲਾ ਵੀ ਨਹੀਂ। ਹੁਣ ਜੇ ਚਲੋ ਕਈ ਇਤਿਹਾਸਾਂ ਦੇ ਇੱਥੇ ਰਹੇ ਸੀ ਹੈ, ਜੋ ਬਜ਼ੁਰਗਾਂ ਤੋਂ ਸੁਣਿਆ, ਮਹਾਂਪੁਰਖਾਂ ਤੋਂ। ਮੂਲੇ ਖੱਤਰੀ ਨੂੰ ਕਿਹਾ, ਲੈ ਮੀਚ ਅੱਖਾਂ। ਅੱਖਾਂ ਮੀਚ ਕੇ ਬੈਠ ਗਿਆ, ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਆਪਣੇ ਘਰੇ ਬੈਠਾ ਹੋਇਆ। ਦੂਜਾ ਇਤਿਹਾਸ ਲਿਖਦਾ, ਕਹਿਣ ਲੱਗੇ ਵੀ ਮੂਲੇ ਖੱਤਰੀ ਨੂੰ ਮਹਾਰਾਜ ਨੇ ਮੋਹਰਾਂ ਇਕੱਠੀਆਂ ਕਰਕੇ ਦਿੱਤੀਆਂ, ਠੀਕਰੀਆਂ ਇਕੱਠੀਆਂ ਕਰਤੀਆਂ, ਉਹ ਤੇ ਮਿਹਰ ਦੀ ਦ੍ਰਿਸ਼ਟੀ ਪਾਈ, ਮੋਹਰਾਂ ਬਣ ਗਈਆਂ। ਲੈ ਮੂਲਿਆ ਆ ਤੇਰਾ ਕਿਰਾਇਆ ਵੀ। ਕਹਿਣ ਤੋਂ ਭਾਵ ਚਲੋ ਘਰ ਭੇਜਿਆ। ਘਰ ਆ ਕੇ ਮੂਲੇ ਖੱਤਰੀ ਨੇ ਜਦੋਂ ਆਪਣੀ ਮਾਂ ਨੂੰ ਮਿਲਿਆ, ਆਪਣੇ ਪਿਓ ਨੂੰ ਮਿਲਿਆ, ਬੜਾ ਸਤਿਕਾਰ ਕੀਤਾ। ਮੂਲਿਆ ਉਹ ਤੈਨੂੰ ਤਾਂ ਅਸੀਂ ਯਾਦ ਕਰਦੇ ਸੀ, ਬੜਾ ਯਾਦ ਕਰਦੇ ਸੀ, ਤੇਰਾ ਵਿਆਹ ਮੰਗਣੀ ਰੱਖਿਆ ਹੋਇਆ, ਅਸੀਂ ਹੁਣ ਬੁਢਾਪੇ ਵੱਲ ਜਾ ਰਹੇ ਹਾਂ, ਸਾਨੂੰ ਇਹ ਆ ਵੀ ਸਾਡੇ ਬੈਠੇ ਬੈਠੇ ਮੂਲੇ ਦਾ ਕੁਝ ਨਾ ਕੁਝ ਬਣ ਜਾਵੇ। ਇਹ ਸੋਚਦੇ ਨੇ ਮਾਪੇ ਅੱਜ ਕੱਲ੍ਹ ਵੀ ਇਹਦਾ ਆ ਵੀ ਬਣਾ ਦਈਏ, ਆ ਵੀ ਬਣਾ ਦਈਏ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਨੇ, ਪ੍ਰਭ ਡੋਰੀ ਹਾਥ ਤੁਮਾਰੇ। ਕਰਨਾ ਚਾਹੀਦਾ, ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਉਦਮ ਕਰਨਾ ਚਾਹੀਦਾ ਤੇ ਬਾਕੀ ਡੋਰ ਰੱਬ ਦੇ ਹੱਥ ਵਿੱਚ ਹੈ, ਪ੍ਰਮਾਤਮਾ ਦੇ ਹੱਥ ਵਿੱਚ ਹੈ। ਹੁਣ ਧੰਨ ਸੀ ਭਾਈ ਮੂਲਾ ਖੱਤਰੀ ਆਪਣੇ ਘਰ ਵਿੱਚ ਆਇਆ। ਮਾਂ ਨੇ ਬੜਾ ਪ੍ਰੇਮ ਕੀਤਾ, ਮੂਲਿਆ ਤੇਰਾ ਵਿਆਹ ਮੰਗਣੀ ਕਰ ਦਈਏ। ਚੁੱਪ ਕਰ ਗਿਆ, ਮਾਤਾ ਸਮਝ ਗਈ। ਉਸੇ ਵਕਤ ਤਿਆਰੀ ਕਰਕੇ ਮੂਲੇ ਖੱਤਰੀ ਦਾ ਜੋ ਵਿਵਾਹ ਸੀ ਉਹ ਕੀਤਾ ਗਿਆ। ਵਿਆਹ ਕਰਕੇ ਮੂਲੇ ਖੱਤਰੀ ਦਾ ਘਰ ਲਿਆਂਦਾ ਗਿਆ, ਲੜਕੀ ਨੂੰ ਸੁਖੀ ਵਸਦੇ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਫਰਮਾਨ ਹੈ, ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰ। ਜਿਹੜੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਦੇ ਹਨ, ਮਹਾਰਾਜ ਜੀ ਕਹਿਣ ਲੱਗੇ ਉਹ ਸੁਖੀ ਵਸਦੇ ਹਨ। ਜੋ ਗੁਰੂ ਜੀ ਦੇ ਭਾਣੇ ਵਿੱਚ, ਗੁਰੂ ਜੀ ਦੀ ਰਾਜਾ ਵਿੱਚ ਰਹਿੰਦੇ ਨੇ, ਜਿਹੜੀ ਵੀ ਕੋਈ ਗੱਲ ਹੁੰਦੀ ਹੈ ਗੁਰੂ ਤੇ ਸੁੱਟ ਦਿੰਦੇ ਨੇ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਤੈਨੂੰ ਨਹੀਂ ਭਾਉਂਦੀ ਸੀ, ਨਹੀਂ ਹੋਈ, ਪਰ ਜਿਹੜੀ ਤੈਨੂੰ ਭਾਉਂਦੀ ਹੈ ਉਹ ਕਰਾਈ ਸੱਚੇ ਪਾਤਸ਼ਾਹ। ਤੇ ਹੁਣ ਧੰਨ ਬਾਬਾ ਨਾਨਕ ਭਾਈ ਬਾਲਾ ਮਰਦਾਨਾ ਉਸ ਇਲਾਕੇ ਵਿੱਚ ਆ ਗਏ, ਸਿਆਲਕੋਟ ਦੀ ਧਰਤੀ ਵਿੱਚ ਹਮਜਾ ਗੌਸ ਫਕੀਰ ਰਹਿੰਦਾ ਸੀ। ਆ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਮਾਲਵੇ ਦੇਸ਼ ਦੇ ਵਿੱਚ ਵਾਹਿਗੁਰੂ ਜੀ ਉਸ ਮੂਲੇ ਖੱਤਰੀ ਦੇ ਘਰ ਤੋਂ ਥੋੜੀ ਜਿਹੀ ਦੂਰ ਮਹਾਰਾਜ ਬੈਠ ਕੇ ਇੱਕ ਦਰਖਤ ਥੱਲੇ ਚੌਂਕੜਾ ਮਾਰ ਲਿਆ। ਮਰਦਾਨਿਆਂ ਲਿਆ ਵੀ ਆਪਣਾ ਇੱਥੇ ਪੁਰਾਣਾ ਮਿੱਤਰ ਹੈ, ਉਹ ਤਾਂ ਬੜਾ ਇਹ ਕਹਿੰਦਾ ਸੀ ਮੈਂ ਇੱਕ ਮਿੰਟ ਵੀ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ। ਤੇ ਪ੍ਰੇਮ ਉਹਨੇ ਬਹੁਤਾ ਪਾ ਲਿਆ ਤੇ ਲਿਆ ਉਹਨੂੰ ਬੁਲਾ ਕੇ ਆਪਾਂ ਉਹਦੇ ਨਾਲ ਕੋਈ ਵਾਰਤਾਲਾਪ ਕਰੀਏ, ਮਿਲੀਏ ਉਹਨੂੰ।
ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਹੁਕਮ ਪਾ ਕੇ ਮੂਲੇ ਖੱਤਰੀ ਦੇ ਬਾਰ ਵਿੱਚ ਜਾ ਕੇ ਆਵਾਜ਼ ਮਾਰਤੀ, ਮੁੜਿਆ ਤੈਨੂੰ ਗੁਰੂ ਨਾਨਕ ਯਾਦ ਕਰਦੇ ਨੇ। ਮਾਂ ਆਈ ਭੱਜ ਕੇ ਅੰਦਰੋਂ, ਉਹੀ ਫਕੀਰ ਦੀ ਆਵਾਜ਼ ਹੈ, ਸ਼ਾਮੇ ਉਹੀ ਫਕੀਰ ਹੈ। ਕਿਤੇ ਲੈ ਕੇ ਨਾ ਤੁਰ ਜਾਣ ਦੁਆਰੇ, ਘਰ ਵਿੱਚ ਨੂੰਹ ਕੱਲੀ ਰਹਿ ਜਾਵੇ, ਅਸੀਂ ਕੱਲੇ ਰਹਿ ਜਾਈਏ, ਕਮਾ ਕੇ ਦੇਣ ਵਾਲਾ ਕੌਣ ਹੈ? ਤੇ ਮਾਂ ਨੇ ਮੂਲੇ ਖੱਤਰੀ ਨੂੰ ਅੰਦਰ ਬਿਠਾ ਦਿੱਤਾ, ਤੂੰ ਪੁੱਤ ਅੰਦਰ ਬਹਿ ਜਾ, ਮੈਂ ਜਵਾਬ ਦੇ ਦਿੰਨੀ ਹੈ। ਬਾਹਰ ਵਿੱਚ ਆਈ, ਆ ਕੇ ਜਵਾਬ ਦਿੱਤਾ, ਬਾਬਾ ਜੀ ਜਿਹੜਾ ਮੂਲਾ ਹੈ ਨਾ ਖੱਤਰੀ ਮੇਰਾ ਪੁੱਤਰ ਹੈ, ਉਹ ਕਿਤੇ ਬਾਹਰ ਗਿਆ ਹੋਇਆ, ਉਹ ਘਰ ਵਿੱਚ ਨਹੀਂ ਹੈ, ਕਿਤੇ ਫੇਰ ਆ ਜਾਓ, ਫੇਰ ਤੁਸੀਂ ਮਿਲ ਲਿਓ, ਫੇਰ ਤੁਹਾਨੂੰ ਵੀ ਮਿਲ ਲੂਗਾ। ਝੂਠ ਬੋਲ ਦਿੱਤਾ, ਇੱਕ ਝੂਠ ਬੋਲਿਆ। ਮਨੁੱਖ ਕੋਲੇ ਅੱਜ ਹੈ ਹੀ ਝੂਠ ਦਾ ਅਸਰ, ਸੱਚ ਦਾ ਅਸਰ ਤਾਂ ਹੈ ਨਹੀਂ। ਸੱਚ ਕੁਝ ਹੋਰ ਹੈ, ਸੱਚ ਪ੍ਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪੱਟ। ਮਨੁੱਖ ਦੇ ਪੱਲੇ ਵਿੱਚ ਸੱਚ ਬੜਾ ਘੱਟ ਹੈ, ਝੂਠ ਬਹੁਤਾ। ਝੂਠ ਫਲਦਾ ਵੀ ਹੈ, ਫੁੱਲਦਾ ਵੀ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਤੁਸੀਂ ਝੂਠ ਬੋਲੋ, ਚੋਰੀ ਜਾਰੀ ਠੱਗੀ ਕਰੋ, ਉਹ ਬਹੁਤੀ ਫਲਦੀ ਹੈ। ਪਰ ਜਿਹੜਾ ਝੂਠ ਹੈ, ਮਰਜੀ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਇੱਕ ਵੱਡਾ ਸਮੁੰਦਰ ਹੋਵੇ ਝੂਠ ਦਾ, ਉਹਦੇ ਵਿੱਚ ਇੱਕ ਬੇੜਾ ਹੋਵੇ, ਛੋਟਾ ਜਿਹਾ ਬੇੜਾ, ਬੇੜੀ ਕਹਿ ਲਓ। ਉਹ ਏਡੇ ਵੱਡੇ ਸਮੁੰਦਰ ਦੇ ਵਿੱਚ ਇੱਕ ਛੋਟਾ ਜਿਹਾ ਸੱਚ ਹੈ, ਸੱਚ ਦੀ ਬੇੜੀ ਹੈ ਉਹਦੇ ਵਿੱਚ ਇੱਕ ਕੇਵਲ। ਪਰ ਝੂਠ ਦੇ ਬੇੜੇ ਵਿੱਚ ਲੋਕ ਬਹੁਤੇ ਬੈਠਦੇ ਨੇ, ਇਉਂ ਕਰਤਾ ਜੀ, ਉਹ ਕਰਤਾ ਜੀ, ਐ ਇਹ ਫਲਦੀ ਹੈ ਗੱਲ ਇਹੋ ਜੀ। ਪਰ ਜਿਹੜੀ ਝੂਠ ਦੀ ਹੈ, ਵਾਹਿਗੁਰੂ ਜਿਹੜੀ ਸੱਚ ਦੀ ਗੱਲ ਹੈ, ਉਹ ਅੱਜ ਦਵਾਈ ਜਾ ਰਹੀ ਹੈ, ਛਪਾਈ ਜਾ ਰਹੀ ਹੈ। ਇਹ ਪਹਿਲਾਂ ਤੋਂ ਲੈ ਕੇ ਸਿਧਾਂਤ ਚੱਲਦਾ, ਕੋਈ ਅੱਜ ਨਵਾਂ ਨਹੀਂ ਹੈ। ਪਰ ਜਿਹੜੇ ਸੱਚ ਦੇ ਮਾਰਗ ਉੱਤੇ ਚੱਲਦੇ ਨੇ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਹੁਣ ਮਾਂ ਨੇ ਕਹਿਤਾ ਹੈ ਹੀ ਨਹੀਂ, ਖੁਸ਼ ਹੋ ਗਿਆ ਮੂਲਾ ਵੀ ਫਕੀਰ ਮੋੜਤਾ, ਮਰਦਾਨੇ ਨੂੰ ਮੋੜ ਦਿੱਤਾ, ਬੈਠਾ ਅੰਦਰ ਹੈ। ਤੇ ਮਾਂ ਅੰਦਰ ਗਈ, ਮੁੜਿਆ ਬੇਪਰਵਾਹ ਹੋ ਜਾ, ਹੁਣ ਨਹੀਂ ਉਹ ਫਕੀਰ ਆਉਂਦਾ ਹੈ। ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਕੇ ਭਾਈ ਮਰਦਾਨੇ ਨੇ ਫਿਰ ਮੱਥਾ ਟੇਕ ਦਿੱਤਾ, ਮਹਾਰਾਜ ਮੂਲਾ ਤਾਂ ਆਇਆ ਨਹੀਂ ਹੈ। ਉਹਦੀ ਮਾਂ ਆਈ ਸੀ, ਮਾਤਾ ਸ਼੍ਰੀ ਨੇ ਕਿਹਾ ਸੀ ਬਈ ਜਿਹੜਾ ਨਾ ਮੂਲਾ ਖੱਤਰੀ ਕਿਤੇ ਬਾਹਰ ਗਿਆ ਹੋਇਆ, ਮਰਜੀ ਕਹਿੰਦੇ ਹੈ ਤਾਂ ਘਰ ਵਿੱਚ ਹੀ, ਪਰ ਉਹ ਮੋਹ ਮਮਤਾ ਦੇ ਚਿੱਕੜ ਵਿੱਚ ਫਸ ਗਿਆ, ਉਹ ਆਉਂਦਾ ਨਹੀਂ ਹੈ। ਮਰਦਾਨਿਆਂ ਜਾ ਬਈ ਉਹਨੂੰ ਇੱਕ ਵਾਰੀ ਫੇਰ ਸੁਨੇਹਾ ਦੇ ਕੇ ਆ, ਕਹਿ ਜਾ ਕੇ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਯਾਦ ਕਰਿਆ, ਤੂੰ ਇੱਕ ਵਾਰੀ ਤਾਂ ਆ ਜਾ। ਉਦੋਂ ਤਾਂ ਤੂੰ ਇਹ ਕਹਿਣਾ ਸੀ ਕਿ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਫਿਰ ਤੁਧ ਭਗਵੰਤਾ। ਉਦੋਂ ਤਾਂ ਕੀ ਆਵਾਜ਼ ਉਠਾਈ ਸੀ, ਕਿਹੜੀ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ, ਕਲ ਜੁਗ ਨੇੜੇ ਆਉਂਦਾ ਜਾਂਦਾ। ਉਦੋਂ ਮੂਲਿਆ ਤੂੰ ਬੜਾ ਇਹੋ ਜਿਹੀਆਂ ਗੱਲਾਂ ਕਰਦਾ ਸੀ, ਵਿਚਾਰਧਾਰਾ ਗੁਰੂ ਦੀ ਬਾਣੀ ਪੜ੍ਹ ਕੇ ਸੁਣਾਉਂਦਾ ਸੀ, ਤੇ ਅੱਜ ਜੇ ਕੋ ਗੁਰ ਤੇ ਬੇਮੁਖ ਹੋਏ। ਭਾਈ ਮਰਦਾਨਾ ਦੂਜੀ ਵਾਰ ਜਾ ਕੇ ਫੇਰ ਦਰਵਾਜ਼ਾ ਖੜਕਾ ਦਿੱਤਾ, ਉਹ ਮੁੜਿਆ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਯਾਦ ਕਰਦੇ ਨੇ। ਮਾੜੇ ਕਰਮ ਅੱਗੇ ਆ ਗਏ ਤੇ ਮੋਹ ਮਮਤਾ ਵਿੱਚ ਫਸ ਗਿਆ। ਮਾਂ ਨੇ ਦੂਜੀ ਵਾਰ ਆ ਕੇ ਬਾਹਰਲੇ ਪਾਸੇ ਜਵਾਬ ਦਿੱਤਾ, ਬਾਬਾ ਜੀ
ਜਦੋਂ ਤੁਹਾਨੂੰ ਇੱਕ ਵਾਰੀ ਕਹੀ ਦਿੱਤਾ ਵੀ ਮੂਲਾ ਘਰ ਨਹੀਂ ਘਰ ਨਹੀਂ ਘਰ ਨਹੀਂ, ਤੇ ਤੁਸੀਂ ਫੇਰ ਹੁਣ ਗੇੜਾ ਹੀ ਗੇੜਾ ਬੰਨ੍ਹ ਦਿੱਤਾ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਭਾਈ ਮਰਦਾਨਾ ਕਹਿਣ ਲੱਗਾ, ਮੈਨੂੰ ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਗੁਰੂ ਦਾ ਹੁਕਮ ਵਜਾਉਂਦਾ ਹਾਂ। ਠੀਕ ਹੈ ਜੇ ਨਹੀਂ ਤਾਂ ਮੈਂ ਫੇਰ ਮੁੜ ਜਾਣਾ। ਭਾਈ ਮਰਦਾਨਾ ਫੇਰ ਮੁੜਿਆ। ਹੁਣ ਕੁਦਰਤ ਰੁੱਸ ਰਹੀ ਹੈ, ਦਾਤਾ ਰੁੱਸ ਰਿਹਾ ਹੈ। ਜਿਵੇਂ ਕਹਿੰਦੇ ਔਰੰਗਜ਼ੇਬ ਨੇ ਇੱਕ ਵਾਰੀ ਸਾਈਂ ਮੀਆਂ ਮੀਰ ਨੂੰ ਯਾਦ ਕੀਤਾ ਦਿੱਲੀ ਦੇ ਵਿੱਚ, ਫਕੀਰਾ ਮੈਨੂੰ ਆ ਕੇ ਦਰਸ਼ਨ ਦੇ ਕੇ ਜਾ। ਸਾਈਂ ਮੀਆਂ ਮੀਰ ਜੀ ਨੇ ਪਹਿਲੀ ਵਾਰ ਜਵਾਬ ਦਿੱਤਾ, ਦੂਜੀ ਵਾਰ, ਤੀਜੀ ਵਾਰ ਜਾ ਪਹੁੰਚੇ ਦਰਬਾਰ ਦੇ ਵਿੱਚ। ਉਸ ਜਹਾਂਗੀਰ ਨੇ ਬਹੁਤ ਜ਼ਿਆਦਾ ਸਤਿਕਾਰ ਕੀਤਾ ਔਰੰਗਜ਼ੇਬ ਨੇ। ਵਾਹਿਗੁਰੂ ਜੀ ਜਦੋਂ ਮੱਥਾ ਟੇਕਿਆ, ਮੱਥਾ ਟੇਕ ਕੇ ਸੇਵਾ ਕੀਤੀ, ਕੋਲ ਬਿਠਾਇਆ ਆਪਦੇ। ਫਿਰ ਸਾਈਂ ਮੀਆਂ ਮੀਰ ਜੀ ਨੇ ਆਖਿਆ, ਕੁਝ ਮੰਗ ਲੈ। ਸੱਚੇ ਪਾਤਸ਼ਾਹ ਮੈਂ ਮੰਗਣ ਲੱਗਿਆ, ਮੈਨੂੰ ਦਿਓਗੇ? ਕਹਿਣ ਲੱਗੇ, ਹਾਂ ਜ਼ਰੂਰ ਦਿਆਂਗੇ, ਮੰਗ ਲੈ। ਜਦੋਂ ਉਸ ਰਾਜੇ ਨੇ ਮਹਾਤਮਾ ਦੇ ਅੱਗੇ ਹੱਥ ਬੰਨ੍ਹ ਕੇ ਆਖਿਆ, ਮਹਾਤਮਾ ਜੀ ਕਿਰਪਾ ਕਰੋ, ਕੀ ਮੰਗਾਂ? ਕਹਿੰਦੇ ਜਿਹੜੀ ਤੇਰੀ ਇੱਛਾ ਹੈ। ਤੇ ਫਿਰ ਨਹੀਂ, ਮੈਂ ਤੈਨੂੰ ਆਪਣੀ ਇੱਛਾ ਅਨੁਸਾਰ ਦੇਵਾਂਗਾ, ਦੱਸ। ਕਹਿੰਦੇ ਅੱਜ ਤੋਂ ਤੂੰ ਮੈਨੂੰ ਯਾਦ ਨਾ ਕਰੀ, ਅੱਜ ਤੋਂ ਮੈਨੂੰ ਦਰਬਾਰ 'ਚ ਨਾ ਬੁਲਾਈ, ਨਾ ਤੂੰ ਮੇਰੇ ਦਰਬਾਰ ਵਿੱਚ ਆਈ ਤੇ ਨਾ ਮੈਂ ਤੇਰੇ ਦਰਬਾਰ ਵਿੱਚ ਆਵਾਂ, ਬਸ ਇਹ ਮੇਰੀ ਆਖਰੀ ਇੱਛਾ ਹੈ। ਫਿਰ ਕਹਿੰਦੇ ਮਰਨੀ ਮਰ ਗਿਆ ਔਰੰਗਜ਼ੇਬ। ਸਾਈਂ ਮੀਆਂ ਮੀਰ ਮਹਾਂਪੁਰਖਾਂ ਨੇ ਜਾ ਕੇ ਦਰਸ਼ਨ ਨਹੀਂ ਦਿੱਤੇ। ਉਹ ਫਕੀਰਾਂ ਦਾ ਕੰਮ ਕੀ ਤੇਰੇ ਦਰਬਾਰ ਅੰਦਰ? ਇਹ ਤਾਂ ਕਦੇ ਗੋਦੜੀ ਲੀਰਾਂ ਦੀ, ਬਾਬਾ ਮੌਜ ਫਕੀਰਾਂ ਦੀ। ਤੇ ਅੱਜ ਪਿਆਰ ਵਿੱਚ ਆ ਕੇ ਕਹਿੰਦੇ, ਜਦੋਂ ਤੀਜੀ ਵਾਰੀ ਭਾਈ ਮਰਦਾਨਾ ਗਿਆ, ਮਾਂ ਨੇ ਪਾਥੀਆਂ ਵਾਲੇ ਘੀਰੇ ਵਿੱਚ ਬਾੜ ਦਿੱਤਾ। ਮੂਲੇ ਨੂੰ ਸੱਪ ਨਿਕਲਿਆ ਜ਼ਹਿਰੀਲਾ ਤੇ ਡੰਗ ਮਾਰਿਆ 1 2 3। ਤੇ ਬਸ ਉਸੇ ਵਕਤ ਮੂਲਾ ਖੱਤਰੀ ਧਰਤੀ ਤੇ ਢੇਰੀ ਹੋ ਗਿਆ। ਮਰਦਾਨੇ ਨੇ ਆਵਾਜ਼ ਮਾਰੀ, ਮਾਂ ਨੇ ਮੋੜ ਦਿੱਤਾ। ਗੁਰੂ ਜੀ ਦਾ ਤੀਰ ਚੱਲ ਗਿਆ, ਤੀਰ ਕਮਾਨ ਵਿੱਚੋਂ, ਗੱਲ ਜਵਾਨ ਵਿੱਚੋਂ। ਤੇ ਪਿਆਰ ਵਿੱਚ ਆ ਕੇ ਮੂਲੇ ਖੱਤਰੀ ਦੇ 1 2 3 ਡੰਗ ਮਾਰੇ। ਫਨੀਅਰ ਸੱਪ ਨੇ, ਸੱਪ ਬਾਹਰ ਨਿਕਲ ਗਿਆ ਕੋਲ ਦੀ, ਮੂਲੇ ਦੇ ਮੁਖ ਵਿੱਚੋਂ ਝੱਗ ਨਿਕਲਦੀ ਹੈ। ਮਾਂ ਨੇ ਆਖਿਆ, ਫਕੀਰਾ ਮਰਦਾ ਜਿਹੜਾ ਮੂਲਿਆ, ਆ ਜਾ, ਹੁਣ ਨਹੀਂ ਆਉਂਦਾ ਫਕੀਰ। ਫੇਰ ਬਾਜ ਮਾਰੀ, ਫੇਰ ਤੀਜੀ ਬਾਜ ਮਾਰੀ, ਦੇਖਿਆ ਸੱਪ ਕੋਲ ਦੀ ਲੰਘ ਗਿਆ। ਉਹ ਮੇਰੇ ਪੁੱਤਰ ਨੂੰ ਤਾਂ, ਓਏ ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕੋ ਵੀ ਜਾਏ ਮਰ ਵਜੀਦਾ। ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਬਸ ਫਿਰ ਮੂਲੇ ਨੂੰ ਮੰਜੇ ਉੱਤੇ ਪਾ ਲਿਆ। ਮਾਂ ਉੱਚੀ ਉੱਚੀ ਰੋਂਦੀ ਹੈ। ਭਾਈ ਮਰਦਾਨਾ ਮੁੜ ਗਿਆ, ਬਾਬਾ ਜੀ ਹੈ ਨਹੀਂ ਘਰ। ਕਹਿੰਦੇ ਬਹਿ ਜਾ, ਹੁਣ ਨਹੀਂ ਤੈਨੂੰ ਜਾਣ ਦੀ ਲੋੜ, ਹੁਣ ਆਪੇ ਆਊਗਾ। 4 ਜਾਣਿਆਂ ਨੇ ਮੰਜੇ ਉੱਤੇ ਪਾਇਆ ਹੋਇਆ ਮੂਲਾ ਖੱਤਰੀ, ਤੇ ਚੁੱਕੀ ਜਾਂਦੇ ਆ। ਮਾਂ ਦੇ ਬਾਲ ਖੁੱਲੇ ਨੇ, ਅੱਗੇ ਅੱਗੇ ਰੋਂਦੀ ਜਾਂਦੀ ਹੈ, ਉੱਚੀ ਉੱਚੀ ਤਾਹਾਂ ਮਾਰਦੀ ਜਾਂਦੀ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਮੌਜ ਵਿੱਚ ਬੈਠੇ ਨੇ। ਜਾ ਕੇ ਕੋਲ ਰੱਖ ਦਿੱਤਾ ਮੂਲਾ ਖੱਤਰੀ। ਮਾਂ ਨੇ ਉੱਚੀ ਦੇਣੇ ਧਾ ਮਾਰੀ। ਤੇ ਧੰਨ ਭਾਈ ਮਰਦਾਨਾ ਕਹਿਣ ਲੱਗਿਆ, ਮਾਂ ਮੈਂ 3 ਵਾਰੀ ਗਿਆ ਸੀ, ਨਾਲੇ ਤੈਨੂੰ ਕਿਹਾ ਸੀ ਮੇਰੇ ਗੁਰੂ ਨਾਨਕ ਨੇ ਮਿਲਣਾ ਹੀ ਹੈ, ਤੂੰ ਤਾਂ ਵਾਰ ਹੀ ਲਾ ਲਿਆ, ਤੂੰ ਤਾਂ ਅਪਸ਼ਬਦੀ ਬਹੁਤ ਬੋਲੀ। ਤੇ ਭਾਈ ਮਰਦਾਨੇ ਨੇ ਰਬਾਬ ਚੁੱਕ ਕੇ ਮੂਲੇ ਖੱਤਰੀ ਦੇ ਕੋਲ ਬੈਠ ਕੇ ਇੱਕ ਸ਼ਬਦ ਪੜਿਆ, ਜੋ 12 ਦੇ ਵਧੇਕ 22-12 ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਸ਼ਲੋਕ ਕੁਝ ਬਚ ਗਏ ਨਾ, 12 ਤੋਂ ਵੱਧ ਸੀ ਜਿਹੜੇ ਸ਼ਲੋਕ, ਉਹ ਸਾਰੇ ਸ਼ਲੋਕ ਇਕੱਠੇ ਕਰਕੇ ਗੁਰੂ ਜੀ ਨੇ ਸਾਰੇ ਰਾਗ ਸਮਾਪਤ ਕਰਕੇ ਅੱਗੇ ਸ਼ਲੋਕ ਲਿਖਤੇ 12 ਦੇ ਵਧੇਕ। ਉਹਨਾਂ ਸ਼ਲੋਕਾਂ ਦਾ ਨਾਮ ਹੈ 12 ਦੇ ਵਧੇਕ। ਤਕਰੀਬਨ ਉਹ ਬਾਣੀ, ਚਲੋ ਸਾਰੀ ਬਾਣੀ ਪੂਜਿਆ ਯੋਗ ਹੈ। ਗੁਰਬਾਣੀ ਗੁਰੂ ਹੈ ਤੇ ਗੁਰੂ ਗੁਰਬਾਣੀ ਹੈ। ਮਹਾਰਾਜ ਜੀ ਕਹਿੰਦੇ ਪਰ ਉਹ ਤੁਸੀਂ ਕਿਤੇ ਆਨੰਦਮਈ ਐ ਭੋਗ ਵਾਲੇ ਦਿਨ ਉਹ ਸ਼ਲੋਕ ਆਉਂਦੇ ਨੇ 12 ਦੇ ਵਧੇਕ, ਪੜ੍ਹ ਕੇ ਵੇਖਿਓ ਬੜਾ ਆਨੰਦ ਵੱਜਦਾ ਉਹਦੇ ਵਿੱਚ।
ਤੇ ਭਾਈ ਮਰਦਾਨਾ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੇ ਤੁਹਾਡਾ ਹੁਕਮ ਹੋਵੇ। ਮਨ ਮੁਖ ਨੇ ਮਰਨ ਵਿਗਾੜ ਲਿਆ, 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 ਮਨ ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ ਜੀ, ਮਨ ਮੁਖ ਨੇ ਮਰਨ ਵਿਗਾੜ ਲਿਆ, ਮਨ ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ, ਮਨ ਮੁਖ ਨੇ ਮਰਨ ਵਿਗਾੜ ਲਿਆ, ਮਨ ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ, ਮਨ ਮੁਖ ਨੇ ਮਰਨ ਵਿਗਾੜ ਲਿਆ, ਮਨ ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ, ਗੁਰਾਂ ਨੂੰ ਤੁਰਿਆ ਜੀ, ਮਨ ਮੁਖ ਨੇ ਮਰਨ ਵਿਗਾੜ ਲਿਆ, ਮਨ ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ, ਮਨ ਮੁਖ ਨੇ ਮਰਨ ਵਿਗਾੜ ਲਿਆ, ਮੁਖ ਨੇ ਮਰਨ ਵਿਗਾੜ ਲਿਆ। ਛੱਡ ਕੇ ਗੁਰਾਂ ਨੂੰ ਤੁਰਿਆ, ਮਨ ਮੁਖ ਨੇ ਮਰਨ ਵਿਗਾੜ ਲਿਆ, ਮਨ ਮੁਖ ਨੇ ਮਰਨ ਵਿਗਾੜ ਲਿਆ। ਮਰਨ ਨ ਜਾਪੈ ਮੂਲਿਆ ਵੈ ਕਿਤੈ ਥਾਏ, ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਵੈ ਭਉ ਦੂਜਾ। ਗੁਰ ਬਿਨ ਗਿਆਨ ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋ ਨ ਬਾਕੀ। ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਈ ਅਵੇਹੀ ਗੱਲੈ। RAM ਝੁਲੈ ਦਲ ਮੇਲਵੈ, ਅੰਤਰ ਬਲ ਅੰਧਕਾਰ। ਬੰਤਰ ਕੀ ਸੈਨਾ ਸੇਵੀਐ, ਮਨ ਤਨ ਜੁਝ ਅਪਾਰ। ਸੀਤਾ ਲੈ ਗਿਆ ਦੈਸਰੋ, ਲਛਮਣ ਮੋਹ ਸਰਾਪ। ਇਹ 12 ਦੇ ਵਧੀਕ ਦੇ ਸ਼ਲੋਕ ਨੇ। ਤੇ ਧੰਨ ਸੀ ਭਾਈ ਮਰਦਾਨਾ ਕੋਲ ਬੈਠਾ। ਮਾਂ ਨੇ ਕਿਹਾ ਸੱਚੇ ਪਾਤਸ਼ਾਹ ਤੁਹਾਡਾ। ਮਹਾਰਾਜ ਕਹਿਣ ਲੱਗੇ ਜੇ ਸਾਡਾ ਸੀ ਨਾ ਅਸੀਂ ਤਾਂ ਹੀ ਤਾਂ ਬੁਲਾਇਆ ਸੀ, ਆਇਆ ਨਹੀਂ ਹੈ। 3 ਵਾਰੀ ਬੁਲਾਇਆ, 3 ਵਾਰੀ ਨਹੀਂ ਆਇਆ। ਮਹਾਰਾਜ ਹੁਣ ਕਿਰਪਾ ਕਰ ਦਿਓ, ਇਹਨੂੰ ਬਖਸ਼ ਦਿਓ, ਤੁਹਾਡਾ ਹੈ। ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਖਸ਼ਾਂਗੇ ਤਾਂ ਸਹੀ, ਪਰ ਹੁਣ ਅੱਜ ਨਹੀਂ, ਅੱਜ ਤਾਂ ਸਮਾਂ ਲੰਘ ਗਿਆ। ਹੁਣ ਪਤਾ ਕਦੋਂ ਬਖਸ਼ਾਂਗੇ? ਹਜੂਰ ਸਾਹਿਬ ਨੰਦੇੜ ਦੀ ਧਰਤੀ ਉੱਤੇ ਜਾ ਕੇ 239 ਸਾਲ ਲੱਗ ਜਾਣਗੇ। ਹੁਣ ਇਹਨੂੰ ਟੇਢੀਆਂ ਜੂਨਾਂ ਦੇ ਵਿੱਚ, ਕਿਤੇ ਕਿਹੜੀ ਜੂਨ ਵਿੱਚ, ਕਿਤੇ ਕਿਹੜੀ ਜੂਨ ਵਿੱਚ, ਜਿਸ ਦੀ ਬਾਬਤ ਲਿਖਦੇ ਹਨ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਰੋਗ ਦੋ। ਮਿਲ ਜਗਦੀਸ਼ ਮਿਲਣ ਕੀ ਵਰੀਆ, ਜੰਗਾਲੇ ਦੇ ਸੰਜਰੀਆ। ਹੁਣ ਇਹਨੂੰ 239 ਸਾਲ 200 ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਮਾਂ ਸੀ। ਜਦੋਂ ਬਖਸ਼ਾਂਗੇ ਜਾ ਕੇ ਉਦੋਂ ਪਤਾ ਸਾਡਾ ਕਿਹੜੀ ਜਾਮਾ ਹੋਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇਹਨੂੰ ਦੱਸ ਦੇ ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ, ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ। ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ, ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ, ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ, ਬਖਸ਼ਾਂਗੇ ਹੁਣ 10ਵੇਂ ਜਾਮੇ ਦੇ ਵਿੱਚ। ਚੱਲ ਬਈ ਮੂਲਿਆ ਹੁਣ ਟੇਢੀਆਂ ਜੂਨਾਂ ਵਿੱਚ ਪੈ, ਫਿਰ ਕਿਤੇ ਜਾ ਕੇ ਤੇਰਾ ਆਧਾਰ ਹੋਊਗਾ। ਫਿਰ ਮੂਲੇ ਖੱਤਰੀ ਦੇ ਉਸ ਪਿਛਲੇ ਜਨਮ ਦੀਆਂ ਜੋ ਤਾਰਾਂ ਜੁੜੀਆਂ ਹੋਈਆਂ ਸੀ, ਉਸ ਤਾਰਾਂ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ 10ਵੀਂ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਾਮਾ। ਫਿਰ ਮਹਾਰਾਜ ਇੱਥੋਂ ਸਾਬੋ ਕੀ ਤਲਵੰਡੀ ਤੋਂ ਜਿਵੇਂ ਵੀ ਮਹਾਰਾਜ ਜੀ ਨੇ ਅੱਗੇ ਚਾਲਾ ਪਾਇਆ ਉਹ ਕੱਲ੍ਹ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ, ਕਿਉਂਕਿ ਦੁਸਹਿਰਾ ਆਉਂਦਾ ਹੈ। ਚਲੋ ਵੱਡੇ ਵੱਡੇ ਸਭ ਇਤਿਹਾਸਾਂ ਦੀ ਰਹਿ, ਪਰ ਸਾਰਿਆਂ ਨਾਲ ਕਿਸੇ ਨੂੰ ਇਸ ਤਰ੍ਹਾਂ ਨਹੀਂ ਮਾੜਾ ਨਹੀਂ ਕਹਿੰਦੇ। ਪਰ ਇਸ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਦੁਸਹਿਰੇ ਵਾਲੇ ਦਿਨ ਭੋਗ ਪਿਆ ਸੀ।
ਅੰਤਮ ਅਰਦਾਸ। ਤੇ ਉਦੋਂ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਹੁੰਦੇ ਵੀ ਸ਼ਸਤਰਾਂ ਦੀ ਨਿਵੈਸ਼ ਲੱਗੀ ਸੀ ਤੇ ਹੁਣ ਵੀ ਫਿਰ ਸ਼ਸਤਰਾਂ ਦੀ ਨਿਵੈਸ਼ ਲੱਗਦੀ ਹੈ। ਜਿਤਨੇ ਵੀ ਗੁਰੂ ਕੇ ਖਾਲਸੇ ਨੇ ਉਹ ਹਜੂਰ ਸਾਹਿਬ ਦੀ ਧਰਤੀ ਤੇ ਜਾ ਕੇ ਨਮਸਕਾਰ ਕਰਦੇ ਨੇ। ਜਿਨ੍ਹਾਂ ਤੋਂ ਨਹੀਂ ਜਾਂਦਿਆ ਫਿਰ ਉਹ ਸ਼ਸਤਰ ਜਿਤਨੇ ਵੀ ਉਹਨਾਂ ਕੋਲੇ ਨੇ, ਪੁਰਾਤਨ ਸ਼ਸਤਰ ਨੇ, ਪਾਉਣ ਵਾਲੇ ਸ਼ਸਤਰ ਨੇ, ਗਾਤਰੇ ਪਾਉਣ ਵਾਲੇ ਨੇ, ਫਿਰ ਉਹ ਸਾਰੇ ਚੰਗੀ ਤਰ੍ਹਾਂ ਧੋ ਕੇ ਇਸ਼ਨਾਨ ਕਰਵਾ ਕੇ ਦੁਸਹਿਰੇ ਵਾਲੇ ਦਿਨ ਫਿਰ ਜਿਹੜੀ ਹੈ ਨਾ ਉਹ ਸ਼ਸਤਰ ਪੂਜਾ ਕੀਤੀ ਜਾਂਦੀ ਹੈ। ਅੱਜ ਵੀ ਨਿਹੰਗ ਸਿੰਘ ਆਪੋ ਆਪਣੀ ਉਹ ਮਰਜ਼ਾਦਾ ਸਾਂਭੀ ਬੈਠੇ ਨੇ। ਫਿਰ ਸਾਰੇ ਸ਼ਸਤਰ ਰੱਖ ਕੇ ਉਸ ਬੈੱਡ ਦੇ ਉੱਤੇ ਫਿਰ ਉਹਨਾਂ ਨੂੰ ਚੌਰ ਕਰਦੇ ਨੇ। ਕਲਗੀਆਂ ਵਾਲੇ ਦਾ ਹੁਕਮ ਹੈ, ਕਹਿਣ ਲੱਗੇ ਜਹੀ ਹਮਾਰੇ ਪੀਰ। ਇਸ ਕਰਕੇ ਉਹ ਦੁਸਹਿਰਾ ਅੱਗੇ ਆ ਰਿਹਾ, ਥੋੜੇ ਦਿਨ ਰਹਿੰਦੇ ਨੇ। ਆਪਾਂ ਉੱਥੋਂ ਕਿਤੇ ਕਰ ਚਲੋ, ਜਿੰਨੀ ਕੁ ਬੁੱਧ ਬਖਸ਼ੀ ਹੈ ਮਾਲਕ ਨੇ, ਆਪਾਂ ਉਸ ਬੁੱਧ ਅਨੁਸਾਰ ਉਹ ਮਰਜ਼ਾਦਾ ਜਿਹੜਾ ਇਤਿਹਾਸ ਉੱਥੇ ਤੱਕ ਲੈ ਕੇ ਜਾਣਾ ਹੈ। ਪਰ ਜਿਹੜਾ ਵੀ ਗੁਰੂ ਦੇ ਨਾਲ ਮੱਥਾ ਲਾਉਂਦਾ ਹੈ, ਮੂਲਾ ਖੱਤਰੀ ਰਿਹਾ ਨਾਲ ਲਾ ਲਿਆ ਮੱਥਾ, ਦੇਖ ਲਓ ਫਿਰ ਜੂਨ ਕਿਹੜੀ ਪ੍ਰਾਪਤ ਹੋਈ। ਇਸ ਕਰਕੇ ਗੁਰੂ ਨਾਲ ਜਾਂ ਗੁਰੂ ਦੇ ਘਰ ਦੇ ਨਾਲ ਮੱਥਾ ਲਾਉਣਾ ਮਾੜੀ ਗੱਲ ਹੁੰਦੀ ਹੈ, ਚੰਗੀ ਨਹੀਂ ਹੁੰਦੀ। ਇਹ ਨਹੀਂ ਪਤਾ ਪਰਮਾਤਮਾ ਫਿਰ ਕਿੱਧਰਲੇ ਪਾਸੇ ਚੂਲ ਵਿੰਗੀ ਕਰ ਦੇਵੇ, ਫਿਰ ਰੱਬ ਦਾ ਕਰ ਵੀ ਕੀ ਸਕਦੇ ਹਾਂ ਅਸੀਂ। ਮੂਲੇ ਖੱਤਰੀਆਂ ਨੇ ਕੀ ਕਰ ਲਿਆ, ਕਹਿੰਦੇ ਚੱਲ ਤੈਨੂੰ ਹੁਣ ਟੇਢੀਆਂ ਜੂਨਾਂ ਵਿੱਚ ਦੀ ਪੈਣਾ ਪਊਗਾ। ਇਸ ਕਰਕੇ ਉਸ ਪਰਮਾਤਮਾ ਤੋਂ, ਖੁਦਾ ਤੋਂ, ਵਾਹਿਗੁਰੂ ਤੋਂ, ਅੱਲਾ ਤੋਂ, ਗੌਡ ਤੋਂ ਡਰਨਾ ਚਾਹੀਦਾ ਹੈ। ਉਹ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਰਾਜੀ ਹੈ। ਤੇ ਆਓ ਜਿਹੜੇ ਸਾਰੇ ਹੰਸਾਂ ਦੀ ਬਾਣੀ ਵਿੱਚ ਰਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਜੀ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸਿੱਧੀ ਮਨ ਵਧੀਆਂ ਬੁਲਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਹਰੀ ਤੇਰਾ ਮਨ ਜੁਨਿਆ ਜਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਾ ਸਦਾ ਹੋਵਨ ਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਹੈ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਭਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਹੋਵਨ ਆਸੀ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਤ ਹੈ ਜਿਸਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ। ਉਹ ਨਾਮ ਜਿਨ ਕੈ ਮਨ ਵਸਿਆ ਬਾਜੇ ਸਭ ਦੁਖ ਨੇਰ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ। ਰਾਜ ਰਬੁਖਾਂ ਦਾ ਭਗਵਾਨ ਪ੍ਰਸਾਦ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰੂ ਵਿਟੋ ਜਿੰਦੀ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਸੁਭਾਗੈ। ਅਜ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਅੱਜ ਤੁਧ ਤੁਲ ਵਸ ਗੀਤੇ ਗੌਰ ਗੰਢ ਮਾਰਿਆ। ਧਰਮ ਪਾਇਆ ਤੋ ਜਿਨ ਕੋ ਸੇ ਨਾ ਮਾਰ ਕੇ ਲਾਗੇ। ਹੈ ਨਾਨਕ ਤੈ ਸੁਖ ਹੋਆ ਜਿਤ ਕਰ ਅਨਾਦ ਵਾਜੇ। ਆਨੰਦ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਸਭ ਪਾਇਆ ਉਤਰੇ ਜਗਲ ਵਸੂਰੇ। ਰੂਪ ਰੂਪ ਸੰਤਾਪ ਕਰੇ ਸੁਣੀ ਸੱਚੀ ਬਾਣੀ। ਸੰਤੋ ਸਾਧਨ ਪਏ ਵਰਤੇ ਪੂਰੇ ਗੁਰ ਤੇ ਜਾਣੀ। ਸੁਣਦੇ ਪ੍ਰੀਤ ਗਾਤੇ ਜਗਤ ਕਰਨੇ ਆਦਰ ਪੂਰੇ। ਪੰਜ ਨਾਨਕ ਗੁਰ ਚਰਣੋ ਲਾਗੇ ਬਾਜੇ ਅਨਾਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।